ਐਮਏ ਪ੍ਰੀਵੀਅਸ ਪੰਜਾਬੀ ਵਾਲੇ ਸਟੂਡੈਂਟਸ, ਬੇਟਾ ਅੱਜ ਜਿਹੜਾ ਅਸੀਂ ਆਪਣਾ ਟੌਪਿਕ ਕਰਨਾ ਹੈ ਉਹ ਸਾਡਾ 8th ਪੇਪਰ ਨਾਲ ਹੀ ਸੰਬੰਧਿਤ ਹੈ। ਤੇ 8th ਪੇਪਰ ਦੇ 3rd ਯੂਨਿਟ ਵਿੱਚ ਆਪਾਂ ਸਾਹਿਤ ਸਿਧਾਂਤ ਤੇ ਵਿਹਾਰਕ ਆਲੋਚਨਾ ਵਾਲਾ ਜਿਹੜਾ ਪੇਪਰ ਹੈ ਸਾਡਾ, ਉਹਦਾ ਅਸੀਂ 3rd ਯੂਨਿਟ ਆਲੋਚਨਾ ਨਾਲ ਸੰਬੰਧਿਤ ਕੁਐਸਚਨ ਕਰ ਰਹੇ ਸੀਗੇ। ਹਰਭਜਨ ਸਿੰਘ ਚੱਲ ਰਿਹਾ ਸੀਗਾ ਸਾਡਾ, ਡਾਕਟਰ ਹਰਭਜਨ ਸਿੰਘ। ਤੇ ਡਾਕਟਰ ਅਤਰ ਸਿੰਘ ਜੋ ਹੈ ਉਹ ਆਧੁਨਿਕਤਾ ਦੇ ਸੰਕਲਪ ਦਾ ਮੋਢੀ ਹੈ, ਪੰਜਾਬੀਅਤ ਦੇ ਸੰਕਲਪ ਦਾ ਮੋਢੀ ਹੈ ਪੰਜਾਬੀ ਆਲੋਚਨਾ ਵਿੱਚ। ਉਸੇ ਤਰ੍ਹਾਂ ਡਾਕਟਰ ਹਰਭਜਨ ਸਿੰਘ ਜੋ ਹੈ ਉਹ ਸੁਹਜਵਾਦ ਦਾ ਮੋਢੀ ਹੈਗਾ। ਤੇ ਜਦੋਂ ਤੁਹਾਡੇ ਕੋਲ ਕੁਐਸਚਨ ਆ ਜਾਏ ਕਿ ਹਰਭਜਨ ਸਿੰਘ ਦਾ, ਡਾਕਟਰ ਹਰਭਜਨ ਸਿੰਘ ਦਾ ਸੁਹਜਵਾਦ ਨਾਲ ਰਿਲੇਸ਼ਨ ਜਾਂ ਕਿਵੇਂ ਗੱਲ ਕਰਦੇ ਨੇ ਡਾਕਟਰ ਹਰਭਜਨ ਸਿੰਘ ਸੁਹਜਵਾਦ ਦੀ, ਤੇ ਨਾਲੇ ਇੱਥੇ ਇੱਕ ਗੱਲ ਹੋਰ ਤੁਹਾਨੂੰ ਦੱਸਦੇ ਹਾਂ ਕਿ ਜਿਹੜਾ ਬੇਟਾ ਤੁਸੀਂ ਸੁਹਜਵਾਦੀ ਆਲੋਚਨਾ ਵਾਲਾ ਜਿਹੜਾ ਸੁਹਜਵਾਦ ਵਾਲਾ ਜਿਹੜਾ ਇੱਕ ਟੌਪਿਕ ਕੀਤਾ ਨਾ 2nd ਯੂਨਿਟ ਵਿੱਚ, ਹੁਣ ਜਿਹੜਾ ਮੈਂ ਮੈਟਰ ਪੜ੍ਹੂੰਗੀ ਨਾ ਪਹਿਲੇ ਪੇਜ ਤੋਂ, ਉਹ ਤੁਸੀਂ ਸੁਹਜਵਾਦ ਵਾਲੇ ਟੌਪਿਕ ਵਿੱਚ ਵੀ ਐਡ ਕਰ ਸਕਦੇ ਹੋ, ਠੀਕ ਹੈ ਨਾ। ਚਲੋ ਆ ਜਾਓ ਟੌਪਿਕ 'ਤੇ ਆ ਜਾਈਏ। ਦੇਖੋ, ਸੁਹਜਵਾਦ ਅਤੇ ਡਾਕਟਰ ਹਰਭਜਨ ਸਿੰਘ। ਅੰਗਰੇਜ਼ੀ ਵਿੱਚ ਸੁਹਜ ਨੂੰ ਅਸਥੈਂਟਿਕਸ ਕਿਹਾ ਜਾਂਦਾ ਹੈ, ਜਿਸ ਦਾ ਅਰਥ ਹੈ ਸੁੰਦਰਤਾ ਦਾ ਬੋਧ। ਜਿਸ ਦਾ ਕੀ ਅਰਥ ਹੈ? ਸੁੰਦਰਤਾ ਦਾ ਬੋਧ। ਪਲੈਟੋ ਅਤੇ ਸੁਕਰਾਤ ਅਤੇ ਅਰਿਸਟੋਟਲ ਸੁਹਜ ਸ਼ਾਸਤਰ ਦੇ ਮੁਖੀ ਹਨ। ਪਿਛਲੇ ਇਹਦੇ ਤੋਂ ਪਹਿਲੇ ਟੌਪਿਕ ਵਿੱਚ ਆਪਾਂ ਗੱਲ ਕਰ ਲਈ ਸੀਗੀ ਕਿ ਪਲੈਟੋ, ਸੁਕਰਾਤ ਅਤੇ ਅਰਿਸਟੋਟਲ ਜਿਹੜੇ ਨੇ ਉਹ ਸੁਹਜ ਸ਼ਾਸਤਰ ਦੇ ਮੋਢੀ ਹਨ। ਪੁਰਾਤਨ ਸਾਹਿਤ ਆਦਰਸ਼ਵਾਦੀ ਰੁਖ ਰੱਖਦਾ ਸੀ। ਪੁਰਾਣਾ ਜਿਹੜਾ ਲਿਟਰੇਚਰ ਹੁੰਦਾ ਸੀਗਾ ਉਹ ਕਿਸੇ ਨਾ ਕਿਸੇ ਆਦਰਸ਼ ਨੂੰ ਮੁੱਖ ਰੱਖ ਕੇ ਲਿਖਿਆ ਜਾਂਦਾ ਸੀ ਤਾਂ ਜੋ ਲੋਕਾਂ ਦਾ ਉਹਨੂੰ ਪੜ੍ਹ ਕੇ ਜੀਵਨ ਵੀ ਸੁਧਰ ਸਕੇ। ਤੇ ਇਸ ਦੇ ਪ੍ਰਭਾਵ ਅਧੀਨ ਸਿਰਜਿਆ ਸੁਹਜ ਸ਼ਾਸਤਰ ਵੀ ਆਦਰਸ਼ਵਾਦੀ ਹੋ ਜਾਂਦਾ ਸੀ। ਤੇ ਇਸ ਲਈ ਕਿਉਂਕਿ ਉਹ ਲਿਟਰੇਚਰ ਆਦਰਸ਼ਵਾਦੀ ਹੁੰਦਾ ਸੀ ਤੇ ਇਹੀ ਕਾਰਨ ਹੁੰਦਾ ਸੀਗਾ ਕਿ ਉਹ ਜਿਹੜਾ ਸੁਹਜਵਾਦ ਹੁੰਦਾ ਸੀ ਉਹ ਵੀ ਆਦਰਸ਼ਵਾਦ ਨਾਲ ਸੰਬੰਧਿਤ ਹੋ ਜਾਂਦਾ ਸੀ। ਫਿਰ ਅੱਗੇ ਹੈ ਅਕੋਰਡਿੰਗ ਟੂ ਪੱਛਮੀ ਆਲੋਚਕ। ਵੈਸੇ ਤੇ ਦੇਖੋ ਪਲੈਟੋ ਤੇ ਸੁਕਰਾਤ ਤੁਹਾਨੂੰ ਪਤਾ ਹੈ ਪੱਛਮੀ ਆਲੋਚਕ ਨੇ। ਪੱਛਮੀ ਆਲੋਚਕ ਸੁਹਜਵਾਦ ਬਾਰੇ ਕੀ ਗੱਲ ਕਰਦੇ ਨੇ? ਪਲੈਟੋ, ਕਾਂਟ, ਹੀਗਲ ਸੁਹਜ ਨੂੰ ਯਥਾਰਥਵਾਦੀ ਜੀਵਨ ਨਾਲ ਜੋੜਦੇ ਹਨ। ਕਿਹਦੇ ਨਾਲ ਜੋੜਦੇ ਨੇ? ਜੀਵਨ ਦੀ ਰਿਐਲਿਟੀ ਨਾਲ ਜੋੜਦੇ ਨੇ। ਤੇ ਮਾਰਕਸਵਾਦੀ ਆਲੋਚਕ ਜਿਹੜੇ ਨੇ ਜਿਵੇਂ ਜੋਰਜ ਲੁਕਾਸ, ਕ੍ਰਿਸਟੋਫਰ ਕੋਡਵੈਲ ਤੇ ਥੋਮਸਨ ਸੁਹਜ ਨੂੰ ਆਤਮ ਅਤੇ ਅਨਾਤਮ ਦੇ ਵਿਚਕਾਰ ਦਾ ਰਿਸ਼ਤਾ ਮੰਨਦੇ ਹਨ। ਆਤਮ ਅਤੇ ਅਨਾਤਮ ਦੇ ਵਿਚਕਾਰ ਦਾ ਰਿਸ਼ਤਾ, ਇਹਦੀ ਆਪਾਂ ਗੱਲ ਕੱਲ੍ਹ ਵੀ ਕੀਤੀ ਸੀਗੀ। ਬੈਲੈਂਸਡ ਜੀਵਨ, ਕਿ ਸੰਸਾਰਕ ਵੀ ਤੇ ਪਰਮਾਤਮਾ ਨਾਲ ਜੁੜਿਆ ਹੋਇਆ ਜੀਵਨ ਵੀ, ਉਹਨੂੰ ਕਿਹਾ ਜਾਂਦਾ ਹੈ ਆਤਮ ਅਤੇ ਅਨਾਤਮ ਦੇ ਵਿਚਕਾਰ ਦਾ ਰਿਸ਼ਤਾ ਮੰਨਦੇ ਹਨ। ਤੇ ਭਾਰਤੀ ਵਿਦਵਾਨ, ਇੰਡੀਅਨ ਵਿਦਵਾਨ ਜਿਹੜੇ ਨੇ ਉਹ ਸੁਹਜਵਾਦ ਤੋਂ ਕੀ ਭਾਵ ਲੈਂਦੇ ਨੇ? ਸਮੇਂ ਪ੍ਰਕਾਸ਼ਿਤ, ਆਨੰਦਮਈ, ਅਧਿਆਤਮਕ, ਇੰਦਰਿਆਵੀ ਤੱਤਾਂ ਤੋਂ ਮੁਕਤ ਹੋਣ ਦੀ ਗੱਲ ਜੋ ਹੈ ਉਹ ਸੁਹਜਵਾਦ ਨਾਲ, ਸੁਹਜ ਅਨੁਭੂਤੀ ਨਾਲ ਜੋੜਦੇ ਨੇ। ਹੋਰ ਸੁਹਜਵਾਦ ਤੋਂ ਕੀ ਭਾਵ ਲਿਆ ਜਾਂਦਾ ਹੈ? ਸੁਹਜਵਾਦ ਤੋਂ ਕੀ ਭਾਵ ਲਿਆ ਜਾਂਦਾ ਕਿ ਸੁਹਜ ਅਨੁਭੂਤੀ ਦਾ ਆਧਾਰ ਮਾਨਵੀ ਭਾਵਨਾਵਾਂ ਹਨ, ਮਨੁੱਖੀ ਮਨ ਦੀਆਂ ਭਾਵਨਾਵਾਂ ਹਨ ਜੋ ਸੁਖਦਾਈ ਅਤੇ ਆਨੰਦਮਈ ਹੁੰਦੀਆਂ ਹਨ। ਸੁਖਦਾਈ, ਕਿਉਂਕਿ ਆਨੰਦ ਵਰਡ ਤੇ ਤੁਸੀਂ ਦੇਖੋ ਮੈਂ ਸ਼ੁਰੂ ਤੋਂ ਹੀ ਤੁਹਾਨੂੰ ਜਦੋਂ ਸੁਹਜਵਾਦ ਵਾਲਾ ਕੁਐਸਚਨ ਕੀਤਾ ਨਾ ਉਸੇ ਵੇਲੇ ਤੋਂ ਦੱਸ ਰਹੀ ਹਾਂ ਸੁਹਜਵਾਦ ਦਾ ਮਤਲਬ ਹੈ ਆਨੰਦ ਨਾਲ ਸੰਬੰਧਿਤ ਹੈ। ਸੁਹਜਵਾਦ, ਸੁਹਜ ਅਨੁਭੂਤੀ ਨਾ ਤਾਂ ਪੂਰਨ ਤੌਰ 'ਤੇ ਲੌਕਿਕ ਤੱਤਾਂ ਤੋਂ ਮੁਕਤ ਹੁੰਦੀ ਹੈ ਅਤੇ ਨਾ ਹੀ ਸ਼ੁੱਧ ਅਧਿਆਤਮਿਕ ਆਨੰਦ ਹੁੰਦੀ ਹੈ। ਇਹਨੂੰ ਕਿਹਾ ਜਾਂਦਾ ਜੀਵਨ ਮੁਕਤ ਜਿਹੜਾ ਵਰਡ ਹੈ ਨਾ ਉਹ ਸੁਹਜ ਅਨੁਭੂਤੀ ਦਾ ਧਾਰਨ ਨਹੀਂ ਹੋ ਸਕਦਾ। ਜੀਵਨ ਮੁਕਤ, ਜਿਉਂਦਿਆਂ ਹੀ ਮੁਕਤੀ ਜਿਹੜੇ ਬੰਦੇ ਪ੍ਰਾਪਤ ਕਰ ਲੈਂਦੇ ਨੇ ਨਾ ਤੇ ਬੈਲੈਂਸਡ ਆਪਣੇ ਜੀਵਨ ਨੂੰ ਕਰ ਲੈਂਦੇ ਨੇ, ਉਹਨੂੰ ਜੋ ਹੈ ਸੁਹਜ ਅਨੁਭੂਤੀ ਦਾ ਧਾਰਨ ਨਹੀਂ ਕਿਹਾ ਜਾ ਸਕਦਾ ਹੈ। ਡਾਕਟਰ ਹਰਭਜਨ ਸਿੰਘ ਇੱਕ ਸੁਹਜਵਾਦੀ ਕਵੀ ਹੋਣ ਦੇ ਨਾਲ ਨਾਲ ਇੱਕ ਸੁਹਜਵਾਦੀ ਆਲੋਚਕ ਵੀ ਹੈ। ਸੁਹਜਵਾਦੀ ਜਿੱਥੇ ਕਵੀ ਹੈਗਾ ਡਾਕਟਰ ਹਰਭਜਨ ਸਿੰਘ, ਉਹਦੇ ਨਾਲ ਨਾਲ ਸੁਹਜਵਾਦੀ ਆਲੋਚਕ ਵੀ ਹੈ। ਉਸ ਦੀ ਆਲੋਚਨਾ ਸੁਹਜਵਾਦੀ, ਰੂਪਵਾਦੀ ਅਤੇ ਸ਼ਿਲਪਵਾਦੀ ਕਿਸਮ ਦੀ ਆਲੋਚਨਾ ਹੈਗੀ ਹੈ। ਸੁਹਜਵਾਦੀ, ਰੂਪਵਾਦੀ ਅਤੇ ਸ਼ਿਲਪਵਾਦੀ ਕਿਸਮ ਦੀ ਉਹਦੀ ਆਲੋਚਨਾ ਹੈ। ਤੇ ਡਾਕਟਰ ਹਰਭਜਨ ਸਿੰਘ ਨੇ ਭਾਵੇਂ ਸੁਹਜਵਾਦ ਨਾਲ ਸੰਬੰਧਿਤ ਸਿੱਧੇ ਰੂਪ ਵਿੱਚ ਕੋਈ ਵੀ ਨਿਬੰਧ ਨਹੀਂ ਲਿਖਿਆ,
ਮਤਲਬ ਕਿ ਸਿੱਧੇ ਰੂਪ ਵਿੱਚ ਉਹਨੇ ਕੋਈ ਨਿਬੰਧ ਨਹੀਂ ਲਿਖਿਆ ਸੁਹਜਵਾਦ ਨਾਲ ਸੰਬੰਧਿਤ, ਪਰੰਤੂ ਉਸ ਦੇ ਆਲੋਚਨਾਤਮਕ ਨਿਬੰਧਾਂ ਵਿੱਚ ਜੋ ਉਹਨੇ ਆਲੋਚਨਾ ਨਾਲ ਸੰਬੰਧਿਤ ਨਿਬੰਧ ਲਿਖੇ ਨਾ, ਉਹਨਾਂ ਨਿਬੰਧਾਂ ਵਿੱਚ ਇਸ ਵਿਸ਼ੇ ਉੱਤੇ ਉਸ ਦੇ ਵਿਚਾਰਾਂ ਦੀ ਜਿਹੜੀ ਝਲਕ ਹੈ ਉਹ ਮਿਲਦੀ ਹੈ। ਗੁਰਬਾਣੀ ਵਿੱਚ ਸੁਹਜ ਭਾਵਨਾ ਸਿਰਲੇਖ ਹੇਠ ਲਿਖੇ ਨਿਬੰਧ ਵਿੱਚ ਉਹ ਕੀ ਲਿਖਦਾ ਹੈ, ਮਤਲਬ ਕਿ ਗੁਰਬਾਣੀ 'ਚ ਸਾਨੂੰ ਜੋ ਹੈ ਸੁਹਜ ਭਾਵਨਾ ਕਿਵੇਂ ਪ੍ਰਾਪਤ ਹੁੰਦੀ ਹੈ ਉਹਦੇ ਨਾਲ ਸੰਬੰਧਿਤ ਇੱਕ ਨਿਬੰਧ ਵਿੱਚ ਉਹ ਕੀ ਲਿਖਦਾ ਹੈ। ਡਾਕਟਰ ਹਰਭਜਨ ਸਿੰਘ ਕਹਿੰਦਾ ਸੁਹਜਾਤਮਕ ਦ੍ਰਿਸ਼ਟੀ ਅਨੁਸਾਰ ਬਾਣੀ ਅਤੇ ਕਵਿਤਾ ਵਿੱਚ ਉਹਨਾਂ ਦੁਆਰਾ ਪ੍ਰਾਪਤ ਆਨੰਦ ਵਿੱਚ ਬੁਨਿਆਦੀ ਫਰਕ ਹੈ। ਗੁਰਬਾਣੀ ਅਤੇ ਕਵਿਤਾ ਵਿੱਚ ਅਤੇ ਉਹਨਾਂ ਦੁਆਰਾ ਪ੍ਰਾਪਤ ਜਿਹੜਾ ਆਨੰਦ ਹੁੰਦਾ ਹੈ ਨਾ, ਉਹਦੇ 'ਚ ਬੁਨਿਆਦੀ ਬਹੁਤ ਫਰਕ ਹੈਗਾ। ਦੇਖੋ ਬੇਟਾ, ਜਿਹੜੀ ਗੁਰਬਾਣੀ ਹੁੰਦੀ ਹੈ ਨਾ, ਤੁਸੀਂ ਜਪਜੀ ਸਾਹਿਬ ਦਾ ਪਾਠ ਰੋਜ਼ ਕਰਦੇ ਹੋ, ਪਰ ਤੁਸੀਂ ਕਦੇ ਬੋਰ ਹੁੰਦੇ ਹੋ ਉਹਦੇ ਤੋਂ? ਤੁਸੀਂ ਕਹਿੰਦੇ ਹੋ ਕਿ ਉਹ ਮੈਂ ਤਾਂ ਰੋਜ਼ ਪੜ੍ਹਦੀ ਹੈਗੀ, ਮੈਂ ਤਾਂ ਬੋਰ ਹੋ ਗਈ ਪਾਠ ਤੋਂ? ਨਹੀਂ, ਕਦੇ ਵੀ ਅਸੀਂ ਬੋਰ ਨਹੀਂ ਹੁੰਦੇ। ਇਹ ਗੁਰਬਾਣੀ ਦੀ ਪਾਵਰ ਹੈਗੀ ਹੈ। ਅਤੇ ਇਸੇ ਤਰ੍ਹਾਂ ਜੋ ਹੈ, ਜੇਕਰ ਤੁਸੀਂ ਕੋਈ ਪੋਇਮ ਹੋਏ ਨਾ, ਕਿ ਕੋਈ ਤੁਹਾਨੂੰ ਪੋਇਟਰੀ ਸੁਣਾ ਰਿਹਾ ਹੈਗਾ, ਉਹਨੇ ਅੱਜ ਵੀ ਉਹੀਓ ਪੋਇਮ ਸੁਣਾਈ, ਕੱਲ੍ਹ ਨੂੰ ਵੀ ਉਹੀਓ ਪੋਇਮ ਸੁਣਾਈ, ਪਰਸੋਂ ਨੂੰ ਫਿਰ ਉਹ ਸੁਣਾ ਦੇ, ਅਤੇ ਤੁਸੀਂ ਕਹੋਗੇ ਰੋਜ਼ ਇਹੀ ਕਵਿਤਾ ਗਾਈ ਜਾਂਦਾ ਹੈਗਾ, ਇਹਦੇ ਕੋਲ ਕੁਛ ਹੋਰ ਨਹੀਂ ਹੈ। ਕਿਉਂਕਿ ਉਹ ਆਨੰਦ ਜੋ ਗੁਰਬਾਣੀ ਨਾਲ ਜੋ ਸੁਹਜ ਸਾਨੂੰ ਪ੍ਰਾਪਤ ਹੁੰਦਾ ਨਾ, ਉਹ ਪੋਇਟਰੀ ਨਾਲ ਨਹੀਂ ਹੁੰਦਾ। ਹਰਭਜਨ ਸਿੰਘ ਵੀ ਇਹੀਓ ਗੱਲ ਕਹਿ ਰਿਹਾ, ਕਹਿੰਦਾ ਉਹਨਾਂ ਦੁਆਰਾ ਪ੍ਰਾਪਤ ਆਨੰਦ ਵਿੱਚ ਬੁਨਿਆਦੀ ਫਰਕ ਹੈਗਾ। ਜਿੱਥੇ ਕਵਿਤਾ ਵਿੱਚ ਵਕਤਾ ਅਤੇ ਸਰੋਤਾ ਦੋ ਵੱਖ-ਵੱਖ ਵਿਅਕਤੀ ਹੁੰਦੇ ਨੇ ਨਾ, ਦੋ ਵੱਖ-ਵੱਖ ਹੁੰਦੇ ਨੇ, ਉੱਥੇ ਬਾਣੀ ਵਿੱਚ ਨਾ ਦੋਵੇਂ ਇੱਕੋ ਹੀ ਹੁੰਦੇ ਨੇ। ਵਕਤਾ ਵੀ ਅਸੀਂ ਆਪੇ ਕਰਨਾ ਹੈ, ਆਪੇ ਹੀ ਸੁਣਨਾ ਹੈ। ਡਾਕਟਰ ਹਰਭਜਨ ਸਿੰਘ ਦਾ ਇਹ ਕਮਾਲ ਹੈ ਕਿ ਉਸ ਦੀ ਆਲੋਚਨਾ ਵਿੱਚ ਸੁਹਜ ਬਿਰਤੀ ਮੌਜੂਦ ਰਹਿੰਦੀ ਹੈ। ਉਹਦਾ ਇਹ ਕਮਾਲ ਹੈ ਕਿ ਉਹਦੀ ਆਲੋਚਨਾ ਵਿੱਚ ਵੀ, ਜੇਕਰ ਉਹ ਆਲੋਚਨਾ ਵੀ ਕਰ ਰਿਹਾ, ਉਹਦੇ 'ਚ ਵੀ ਸੁਹਜ ਬਿਰਤੀ ਜਿਹੜੀ ਹੈ ਮੌਜੂਦ ਰਹਿੰਦੀ ਹੈ। ਜਿਵੇਂ ਉਸਦੇ ਨਿਬੰਧ, ਡਾਕਟਰ ਹਰਭਜਨ ਸਿੰਘ ਦੇ ਨਿਬੰਧ ਕਲਾਮ ਬਾਬਾ ਫਰੀਦ ਵਿੱਚ ਉਹਨੇ ਆਪਣੀ ਜੋ ਹੈ ਸਾਹਿਤ ਅਧਿਐਨ ਪੁਸਤਕ ਵਿੱਚ ਉਹਨੇ ਇਹ ਲਿਖਿਆ, ਕਲਾਮ ਬਾਬਾ ਫਰੀਦ ਜਿਹੜੀ ਪੁਸਤਕ ਵਿੱਚ ਲਿਖਿਆ ਸਾਹਿਤ ਅਧਿਐਨ ਵਿੱਚ। ਅਤੇ ਇਸ ਵਿੱਚ ਹਰਭਜਨ ਸਿੰਘ ਬਾਬਾ ਫਰੀਦ ਦੀ ਕਵਿਤਾ ਦੀ ਜਟਿਲਤਾ ਵਿੱਚ ਵੀ ਸੁਹਜ ਦੀ ਤਲਾਸ਼ ਕਰ ਲੈਂਦਾ। ਬਾਬਾ ਫਰੀਦ ਦੀ ਜਿਹੜੀ ਕਵਿਤਾ ਵਿੱਚ ਜਿਹੜੀ ਜਟਿਲਤਾ ਹੈਗੀ ਨਾ, ਉਹਦੇ ਵਿੱਚ ਵੀ ਉਹ ਸੁਹਜ ਦੀ ਤਲਾਸ਼, ਆਨੰਦ ਦੀ ਤਲਾਸ਼ ਕਰ ਲੈਂਦਾ। ਤੁਹਾਨੂੰ ਯਾਦ ਹੋਏਗਾ ਬੇਟਾ, ਕਿਉਂਕਿ ਤੁਸੀਂ ਬਾਬਾ ਫਰੀਦ ਦੀ ਬਾਣੀ ਪਿਛਲੇ ਸਮੈਸਟਰ 'ਚ ਪੜ੍ਹ ਕੇ ਆਇਓ। ਇੱਕ ਬਾਬਾ ਫਰੀਦ ਦੇ 112 ਸ਼ਲੋਕ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਅਤੇ ਉਹਨਾਂ ਵਿੱਚੋਂ ਇੱਕ ਸ਼ਲੋਕ ਹੈ, ਜਿਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ। ਇਹ ਹੈ, ਇਹਦੇ ਵਿੱਚ ਫਿਰ ਜਿੰਦ ਵੋਟੀ ਮਰਨ ਵਰ ਲੈ ਜੈਸੀ ਪਰਨਾਏ, ਐਵੇਂ ਕਰਕੇ ਸ਼ਲੋਕ ਹੈਗਾ ਬਾਬਾ ਫਰੀਦ ਦਾ। ਅਤੇ ਹਰਭਜਨ ਸਿੰਘ ਇਹਦੇ 'ਚੋਂ ਕੀ ਲੱਭ ਲੈਂਦਾ ਹੈ, ਕੀ ਲੱਭਦਾ? ਦੇਖੋ ਇਸ ਸ਼ਲੋਕ ਵਿੱਚ, ਇਸ ਸ਼ਲੋਕ ਵਿੱਚ ਬਾਬਾ ਫਰੀਦ ਜੋ ਹੈ ਮੌਤ ਦੀ ਗੱਲ ਕਰਦਾ ਹੈ, ਕਿ ਜਿਹੜੇ ਦਿਨ, ਜਿਸ ਤਰ੍ਹਾਂ ਵਿਆਹ ਦਾ ਦਿਨ ਮਿਥ ਲਿਆ ਜਾਂਦਾ ਹੈ ਕਿ ਉਸ ਦਿਨ ਜੋ ਹੈ ਵਿਆਹ ਵਾਲੇ ਦਿਨ, ਜੇਕਰ ਮਤਲਬ ਕਿ ਸਾਹਾ ਲਿਖ ਲਿਆ ਗਿਆ ਕਿ ਉਸ ਦਿਨ ਵਿਆਹ ਹੈ, ਉਸ ਦਿਨ ਵਿਆਹ ਹੋ ਜਾਏਗਾ ਅਤੇ ਪਤੀ ਨੇ ਲੈ ਜਾਣਾ ਹੈਗਾ, ਉਹੀਓ ਹੀ ਸਾਡਾ ਜੋ ਹੈ ਮੌਤ ਨਾਲ ਵੀ ਸਾਡਾ ਉਹੀ ਸੰਬੰਧ ਹੁੰਦਾ ਹੈ। ਮੌਤ, ਕਿਉਂਕਿ ਅਸੀਂ ਮਰਨ ਲਿਖਾਏ ਮੰਡਲ ਮੈਂ ਆਏ, ਮਰਨਾ ਸਾਡਾ ਪਹਿਲਾਂ ਲਿਖਿਆ ਗਿਆ, ਅਤੇ ਉਸ ਦਿਨ ਮੌਤ ਨੇ ਸਾਨੂੰ ਲੈ ਹੀ ਜਾਣਾ ਹੈ। ਪਰ ਬਾਬਾ ਫਰੀਦ ਦੀ ਇੱਥੇ ਸੁਹਜ ਕੀ ਪ੍ਰਗਟ ਕਰਦਾ ਹੈ ਹਰਭਜਨ ਸਿੰਘ, ਕਿ ਉਹਨੂੰ ਵੀ, ਮੌਤ ਨੂੰ ਵੀ ਵਿਆਹ ਦੇ ਨਾਲ ਜੋੜ ਰਿਹਾ ਗਿਆ, ਵਿਆਹ ਵਰਗੇ ਖੁਸ਼ੀ ਵਾਲੇ ਇੱਕ ਦਿਵਸ ਨਾਲ ਜੋੜ ਰਿਹਾ ਗਿਆ ਬਾਬਾ ਫਰੀਦ ਮੌਤ ਨੂੰ ਵੀ। ਜਦੋਂ ਕਹਿੰਦਾ ਜਿੰਦ ਵੋਟੀ ਮਰਨ ਵਰ ਲੈ ਜੈਸੀ ਪਰਨਾਏ, ਕਿ ਜਿੰਦ ਜਿਹੜੀ ਹੈ ਉਹ ਸਾਡੀ ਵੋਟੀ ਹੈਗੀ ਹੈ, ਅਤੇ ਵਰ ਜੋ ਹੈ ਉਹ ਸਾਡੀ ਮੌਤ ਹੈਗੀ ਹੈ। ਇਸ ਤਰ੍ਹਾਂ ਕਰਕੇ ਜੋ ਹੈ ਉਹਦੇ 'ਚ ਵੀ, ਮੌਤ ਵਿੱਚ ਵੀ ਖੁਸ਼ੀ ਦੇ ਰਿਹਾ ਗਿਆ ਬਾਬਾ ਫਰੀਦ। ਉਸ ਤੋਂ ਬਾਅਦ ਸੁਹਜਵਾਦ ਸੰਬੰਧੀ ਡਾਕਟਰ ਹਰਭਜਨ ਸਿੰਘ ਦਾ ਵਿਚਾਰ ਇਹ ਹੈ ਕਿ ਕਵਿਤਾ ਪੜ੍ਹਨ ਜਾਂ ਸੁਣਨ ਦੀ ਸ਼ੈ ਨਹੀਂ ਹੁੰਦੀ, ਕਿ ਕਵਿਤਾ ਨੂੰ ਤੁਸੀਂ ਪੜ੍ਹੋ ਜਾਂ ਸੁਣੋ, ਸਗੋਂ ਕਵਿਤਾ ਕਿਸ ਚੀਜ਼ ਦੀ ਸ਼ੈ ਹੁੰਦੀ ਹੈ? ਕਿਉਂਕਿ ਸੁਹਜਵਾਦੀ ਆਲੋਚਨਾ ਕਵਿਤਾ ਵਿੱਚ ਆਨੰਦ ਦੀ ਅਨੁਭੂਤੀ ਕਰਵਾਉਂਦੀ ਹੈ। ਉਹ ਕਵੀ ਦੇ ਕਾਵ ਰਚਨਾ ਦੀ, ਜੋ ਹਰਭਜਨ ਸਿੰਘ ਹੈਗਾ ਨਾ, ਉਹ ਕਵੀ ਤੋਂ ਕਾਵ ਰਚਨਾ ਤੱਕ ਦੀ ਯਾਤਰਾ ਨਹੀਂ ਕਰਦਾ, ਕਿ ਪਹਿਲਾਂ ਬਾਬਾ ਫਰੀਦ ਤੋਂ ਫਿਰ ਉਹਦੀ ਪੋਇਟਰੀ 'ਤੇ ਜਾ ਰਿਹਾ ਹੈਗਾ, ਸਗੋਂ ਉਹ ਕਾਵ ਰਚਨਾ ਤੋਂ ਕਵੀ ਤੱਕ ਦੀ ਯਾਤਰਾ ਕਰਦਾ ਹੈਗਾ। ਪਹਿਲਾਂ ਪੋਇਟਰੀ ਦੀ ਗੱਲ ਕਰਦਾ ਹੈ, ਫਿਰ ਉਹ ਪੋਇਟ ਦੀ ਗੱਲ ਕਰਦਾ ਹੈਗਾ। ਅਤੇ ਜਿਹੜਾ ਸੁਹਜਵਾਦ ਹੈ, ਸੁਹਜਵਾਦ ਹੁੰਦਾ ਜਿਹੜਾ, ਸੁਹਜ ਕਿਸੇ ਰਚਨਾ ਦੇ ਕਿਸੇ ਇੱਕ ਅੰਗ ਵਿੱਚ ਨਹੀਂ ਹੁੰਦਾ, ਕਿ ਅਸੀਂ ਕਹੀਏ ਕਿ ਉਹਦੇ ਇੱਕੋ ਹੀ ਅੰਗ ਵਿੱਚ, ਉਹਦੀ ਰੀਡਿੰਗ ਵਿੱਚ ਜਾਂ ਉਹਦੇ ਥੀਮ ਵਿੱਚ ਹੀ ਸੁਹਜ ਹੈ। ਸਗੋਂ
ਸਮੂਚੀ ਰਚਨਾ ਜਿਹੜੀ ਹੁੰਦੀ ਹੈ ਨਾ ਉਹ ਸਾਰੀ ਸੁਹਜ ਨਾਲ ਆਨੰਦ ਨਾਲ ਭਰਪੂਰ ਹੁੰਦੀ ਹੈ। ਤੇ ਹਰਭਜਨ ਸਿੰਘ ਦਾ ਇਹੋ ਹੀ ਮੰਨਣਾ ਹੈ ਕਿ ਪੂਰੀ ਰਚਨਾ ਨੂੰ ਜੋ ਹੈ ਥੀਮ ਪੱਖੋਂ ਵੀ ਕਲਾ ਪੱਖੋਂ ਵੀ ਹਰ ਇੱਕ ਪੱਧਰ ਤੇ ਉਹਦਾ ਸੁਹਜ ਉਹਦੇ ਚੋਂ ਸੁਹਜ ਦੀ ਪ੍ਰਾਪਤੀ ਕਰੋ, ਆਨੰਦ ਦੀ ਪ੍ਰਾਪਤੀ ਕਰੋ। ਤੇ ਬਾਣੀ ਅਤੇ ਕਵਿਤਾ ਵਿਚਲੇ ਸੁਹਜ ਵਿੱਚ ਅੰਤਰ ਜੋ ਹੈ ਉਹ ਆਪਾਂ ਗੱਲ ਕਰ ਲਈ ਕਿ ਬਾਣੀ 'ਚ ਅਤੇ ਕਵਿਤਾ ਦੇ ਆਨੰਦ ਵਿੱਚ ਕੀ ਫਰਕ ਹੈਗਾ। ਤੇ ਰਚਨਾ ਦੀ ਬਾਹਰੀ ਸੁੰਦਰਤਾ ਦੀ ਹੀ ਗੱਲ ਨਹੀਂ ਕਰਦਾ ਹਰਭਜਨ ਸਿੰਘ ਕਿ ਤੁਸੀਂ ਸਿਰਫ ਜਿਵੇਂ ਹੁੰਦਾ ਕਿ ਬੰਦੇ ਦੀ ਤੁਸੀਂ ਬਾਹਰੀ ਸੁੰਦਰਤਾ ਨੂੰ ਦੇਖ ਕੇ ਪ੍ਰਭਾਵਿਤ ਹੋ ਗਏ, ਨਹੀਂ, ਇੰਟਰਨਲ ਉਹਦੇ 'ਚ ਕੀ ਹੈ, ਉਹਦਾ ਸੁਭਾਅ ਕਿਹੋ ਜਿਹਾ ਹੈਗਾ, ਇਹਨਾਂ ਸਾਰੀਆਂ ਗੱਲਾਂ ਨੂੰ ਵੀ ਜਾਣ ਕੇ ਜੋ ਹੈ ਅਗਲੇ ਬੰਦੇ ਨੂੰ ਤਾਂ ਹੀ ਪੂਰੀ ਤਰ੍ਹਾਂ ਜਾਣਿਆ ਜਾ ਸਕਦਾ ਹੈ। ਇਹੋ ਹੀ ਕੋਈ ਵੀ ਰਚਨਾ ਜਿਹੜੀ ਹੁੰਦੀ ਹੈ ਕੋਈ ਉਹਦਾ ਇੰਟਰਨਲ ਪੱਖ ਵੀ ਹੁੰਦਾ ਹੈ, ਉਹਦਾ ਐਕਸਟਰਨਲ ਵੀ ਹੁੰਦਾ ਹੈ। ਕਲਾ ਨਾਲ ਸੰਬੰਧਿਤ ਜੋ ਹੈ ਉਹਦਾ ਐਕਸਟਰਨਲ ਪੱਖ ਹੁੰਦਾ ਹੈ ਅਤੇ ਉਹਦਾ ਜਿਹੜਾ ਕੰਟੈਂਟ ਹੁੰਦਾ ਹੈ, ਜਿਹੜਾ ਥੀਮ ਹੁੰਦਾ ਹੈ, ਉਹ ਵਿਚਕਾਰਲਾ ਹੁੰਦਾ ਹੈ। ਇਸ ਕਰਕੇ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਦੋਹਾਂ ਪੱਖਾਂ ਤੋਂ ਕਿਸੇ ਵੀ ਲਿਟਰੇਚਰ ਦਾ, ਕਿਸੇ ਵੀ ਰਚਨਾ ਦਾ ਆਨੰਦ ਮਾਣਿਆ ਜਾਏ। ਪਹਿਲਾਂ ਪੋਇਟਰੀ ਨੂੰ ਜਾਣਿਆ ਜਾਏ ਅਤੇ ਫਿਰ ਪੋਇਟ ਨੂੰ ਜਾਣਿਆ ਜਾਏ। ਠੀਕ ਹੈ ਬੇਟਾ। ਅਤੇ ਇੱਕ ਗੱਲ ਜੋ ਹੈ ਮੈਂ ਹੋਰ ਦੱਸਦੀ ਹਾਂ ਤੁਹਾਨੂੰ। ਵੈਸੇ ਤਾਂ ਦੇਖੋ ਆਪਣੇ ਬੱਚਿਆਂ ਨੂੰ ਤਾਂ ਮੈਂ ਇਹ ਭੇਜ ਹੀ ਰਹੀ ਹਾਂ ਆਪਣੇ PDF ਬਣਾ ਕੇ, ਜਿਸ ਵਿੱਚ ਚੀਜ਼ ਦੀ ਉਹਨਾਂ ਨੂੰ ਲੋੜ ਹੈਗੀ ਹੈ। ਜੇਕਰ ਬੇਟਾ ਕੋਈ YouTube ਵਾਲਾ ਕੋਈ ਬੱਚਾ ਆਪਣਾ PDF ਵਗੈਰਾ ਲੈਣਾ ਚਾਹੁੰਦਾ ਹੈਗਾ ਨਾ, ਤਾਂ ਉਹ ਆਪਣਾ ਫ਼ੋਨ ਨੰਬਰ ਮੈਨੂੰ ਦੱਸ ਦੇ, ਥੱਲੇ ਕਮੈਂਟ ਬਾਕਸ ਵਿੱਚ ਲਿਖ ਕੇ ਦੱਸ ਦੇ। ਅਤੇ ਇੱਕ ਗਰੁੱਪ YouTube ਦੇ ਸਟੂਡੈਂਟਸ ਦੇ ਨਾਮ ਤੋਂ ਮੈਂ ਬਣਾਇਆ ਹੈਗਾ, ਮੈਂ ਉਹਦੇ 'ਚ ਐਡ ਕਰਕੇ ਜਿਸ ਵੀ PDF ਦੀ ਤੁਹਾਨੂੰ ਜ਼ਰੂਰਤ ਹੋਏਗੀ ਨਾ, ਜਿਹਦੀ ਜ਼ਰੂਰਤ ਹੋਏਗੀ ਉਹੀ ਉਹ PDF ਪਾਊਂਗੀ। ਅਤੇ ਕਿਉਂਕਿ PDF ਬਣਾਉਣ 'ਚ ਵੀ ਬਹੁਤ ਟਾਈਮ ਲੱਗਦਾ ਹੈਗਾ ਅਤੇ ਹੋਰ ਆਪਾਂ ਸਿਲੇਬਸ ਵੀ ਖ਼ਤਮ ਕਰਨਾ ਹੈ ਕੋਲੇਜ ਦਾ ਵੀ। ਜਿਹਦੀ ਵੀ ਤੁਹਾਨੂੰ ਲੋੜ ਹੋਏਗੀ PDF ਦੀ ਉਹ ਮੈਂ ਉਸ ਗਰੁੱਪ ਵਿੱਚ ਪਾ ਕੇ ਤੁਹਾਨੂੰ ਸੈਂਡ ਕਰ ਦਿਆ ਕਰੂੰਗੀ। ਅੱਜ ਮੈਂ ਇਹ ਗੱਲ ਤਾਂ ਬੋਲੀ ਹੈਗੀ ਹੈ ਕਿਉਂਕਿ ਅੱਜ ਮੇਰੀ ਵੀਡੀਓ ਜੋ ਹੈ ਉਹ ਸ਼ੋਰਟ ਸੀਗੀ, ਜ਼ਿਆਦਾ ਲੰਬੀ ਨਹੀਂ ਹੋਈ, 20 ਮਿੰਟਾਂ ਤੱਕ ਨਹੀਂ ਪਹੁੰਚੀ, 12 ਮਿੰਟਾਂ 'ਤੇ ਹੀ ਖ਼ਤਮ ਹੋ ਗਈ। ਅਤੇ ਜੇਕਰ ਕਿਸੇ ਬੱਚੇ ਨੇ ਐਡ ਕਰਵਾਉਣਾ ਹੈ ਤਾਂ ਉਹ ਆਪਣਾ ਮੈਨੂੰ ਫ਼ੋਨ ਨੰਬਰ ਦੱਸ ਦੇ, ਮੈਂ ਉਹਨੂੰ ਗਰੁੱਪ ਵਿੱਚ ਐਡ ਕਰ ਲੂँਗੀ। ਓਕੇ ਬੇਟਾ, ਥੈਂਕ ਯੂ।